अस्सलाम वालेकुम नाज़रीन, मैं हूं आपका मेज़बान अहमद गौहर। नाज़रीन, वक्त बदला, हुकूमतें बदली, नहीं बदला तो पुलिस वालों का रवैया नहीं बदला। कहने को, सुनने को, देखने को ये दिखाया जाता है कि पुलिस जो है वो अवाम की दोस्त है, अवाम की हमदर्द है। लेकिन जैसे ही उनके पास कोई केस पहुंचता है, कोई मजलूम पहुंचता है, तो उसकी दाद रसी नहीं की जाती, उनकी आवाज़ नहीं सुनी जाती। आज हमारे साथ एक ऐसा ही केस मौजूद है। मेरे साथ इस वक्त एक ऐसी बहन मौजूद है, एक ऐसी माँ मौजूद है जिसके बेटे को बेदर्दी से कत्ल कर दिया गया है। क्या मामला हुआ है, किस तरह से हुआ है, इनसे जानते हैं। ਮਾਮਲਾ ਇਹ ਸੀ, ਮੇਰਾ ਬੇਟਾ ਜਿਹੜਾ ਪੇਂਟ ਦਾ ਕੰਮ ਕਰਦਾ ਸੀ, ਇੱਕ ਠੇਕੇਦਾਰ ਸੀ, ਉਹ ਠੇਕੇ ਚੁੱਕਦਾ ਸੀ, ਅਰਸ਼ਦ ਨਾਂ ਦਾ ਠੇਕੇਦਾਰ। 6 ਸਾਲ ਤੋਂ ਮੇਰਾ ਬੇਟਾ ਉਹਦੇ ਨਾਲ ਕੰਮ ਕਰਦਾ ਸੀ। ਪੇਂਟ ਦਾ 2500 ਰੁਪਈਆ 3000 ਰੁਪਈਆ ਦਿਹਾੜੀ ਲੈਂਦਾ ਸੀ। ठीक है। ਕੁਛ ਦਿਨ ਉਹਨੇ ਕੰਮ ਕੀਤਾ ਮੇਰੇ ਬੇਟੇ ਨੇ, ਤੇ ਉਹ ਠੇਕੇਦਾਰ ਕਹਿੰਦਾ ਹੈ ਕਿ ਜਿਹੜਾ ਨਾ ਤੂੰ ਬੇਟਾ ਇਸ ਤਰ੍ਹਾਂ ਕਰਕੇ ਤੂੰ ਮੇਰੇ ਘਰ ਰਹਿ, ਤੂੰ ਅੱਛਾ ਬੱਚਾ ਹੈ, ਕੰਮ ਵੀ ਸਹੀ ਕਰਨਾ ਹੈ, ਤੇ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇ ਦੇਣਾ, ਤੂੰ ਮੇਰੇ ਘਰ ਰਿਹਾ ਕਰ। अच्छा। 6 ਸਾਲ ਤੋਂ ਮੇਰਾ ਬੇਟਾ ਉਹਦੇ ਘਰ ਰਹਿੰਦਾ ਪਿਆ ਸੀ। ਕਦੀ ਘਰ ਵੀ ਆਂਦਾ ਸੀ, ਚੱਕਰ ਲਾ ਜਾਣਾ, ਰਾਤ ਰਹਿ ਜਾਣਾ, 2 ਦਿਨ ਰਹਿ ਜਾਣਾ, ਲੇਕਿਨ ਉਹਦੇ ਕੋਲ ਹੀ ਰਹਿੰਦਾ ਸੀ ਤਾਂ ਕਿ ਉਹ ਠੇਕੇ ਚੁੱਕਦਾ ਸੀ, ਕੰਮ ਕਰਦਾ ਸੀ। ਮੈਨੂੰ ਕਿਹੜਾ ਮਾਂ ਜੀ, ਮੈਂ ਕੰਮ ਕਰਦਾ ਪਿਆ ਦੇ ਵਿੱਚ ਰਾਤ ਵੀ ਕੰਮ ਕਰਨੀ। सही है। ਤਾਂ ਕਿ ਮੇਰੇ ਯਤੀਮ ਬੱਚੇ ਸਨ, ਦੇ ਮੇਰੇ ਕੋਈ ਵਸੈਲ ਨਹੀਂ ਸੀਗਾ। ਉਹ ਮੇਰਾ ਘਰ ਦਾ ਵੱਡਾ ਬੇਟਾ ਸੀ ਜਿਹਦੇ ਨਾਲ ਸਿਰ ਤੇ ਘਰ ਚੱਲਦਾ ਪਿਆ ਸੀ। ਆਪ ਮੈਂ ਕੋਠੀਆਂ 'ਚ ਕੰਮ ਕਰਦੀ ਹਾਂ। ਜਦੋਂ ਬੱਚੇ ਦਾ ਸਦਮਾ ਸੀ, ਕੰਮ ਮੇਰੇ ਛੁੱਟ ਗਏ ਨੇ, ਮੈਂ ਆਪਣੇ ਭਾਈ ਦੇ ਘਰ ਰਹਿੰਦੀ ਪਈ ਹਾਂ। ਉਹ ਵੀ ਉਹਦਾ ਹੀ ਘਰ ਕਿਰਾਏ ਤੇ, ਉਹਨੇ ਇੱਕ ਕਮਰਾ ਮੈਨੂੰ ਦਿੱਤਾ ਜਿੱਥੇ ਅਸੀਂ ਤਿੰਨੇ ਮਾਂ ਪੁੱਤ ਰਲ ਕੇ ਪੈ ਜਾਂਦੇ। ਉਹਦੇ ਕੋਲ 6 ਸਾਲ ਤੋਂ ਰਹਿੰਦਾ ਪਿਆ ਸੀ। ठीक है। ਇੱਕ ਮੇਰੀ ਬੇਟੀ ਨੇ ਤੇ ਉਹਨੇ ਰਲ ਕੇ ਕਮੇਟੀ ਪਾਈ ਸੀ, 10,000 ਮਹੀਨਾ ਦਿੰਦੇ ਸਨ ਦੋਵੇਂ ਭੈਣ ਭਰਾ। ਬੇਟੀ ਮੇਰੀ ਕੱਪੜੇ ਸਿਲਾਈ ਕਰਦੀ ਸੀ, ਉਹ ਸਿਲਾਈ ਤੋਂ ਕਦੀ 150 ਮਿਲ ਜਾਣਾ, 200 ਮਿਲ ਜਾਣਾ, ਉਹਨੇ ਥੋੜੇ ਥੋੜੇ ਜਮਾ ਕਰਕੇ 5000 ਰੁਪਈਆ ਮਹੀਨਾ ਉਹ ਜਮਾ ਕਰ ਲੈਂਦੀ ਸੀ, ਆਪਣੇ ਬਾਈ ਨੂੰ ਦਿੰਦੀ ਸੀ। ਦੋਵੇਂ ਭੈਣ ਭਾਈ ਰਲ ਕੇ ਕਮੇਟੀ ਪਾਉਂਦੇ ਸਨ, ਇਸ ਵਾਸਤੇ ਕਿ ਸਾਡਾ ਵੱਲ ਸਿਰ ਤੇ ਹੈ ਨਹੀਂ ਤੇ ਸਾਡੀ ਮਾਂ ਤੇ ਬੋਝ ਨਾ ਬਣੇ, ਤੇ ਅਸੀਂ ਆਪਣਾ ਭੈਣ ਭਰਾ ਇਕੱਠੇ ਕਰਕੇ ਪੈਸੇ ਤਾਂ ਆਪਣੀ ਸ਼ਾਦੀ ਕਰ ਲਵਾਂਗੇ। इस बच्ची की शादी करनी थी। जी, दोनों बहन भाइयों की शादी करनी थी, बच्ची की भी बेटे की। मैं दोनों मिल के कर ठीक देंगे। हो गया। ਠੇਕੇਦਾਰ ਨੇ ਉਹਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇ ਦਿੰਦਾ। 5 ਲੱਖ ਦੀ ਕਮੇਟੀ ਨਿਕਲੀ। ਠੇਕੇਦਾਰ ਨੂੰ ਪਤਾ ਲੱਗਿਆ ਕਿ ਕਮੇਟੀ ਨਿਕਲੀ। ਮੇਰੇ ਬੇਟੇ ਨੂੰ ਕਹਿੰਦਾ ਬੇਟਾ ਕਮੇਟੀ ਲੈ ਆ, ਮੈਂ ਤੈਨੂੰ ਇੱਕ ਪਲਾਟ ਲੈ ਦਿੰਦਾ, ਤੇ ਦੂਜਾ ਖਰਚਾ ਮੈਂ ਆਪਣੇ ਕੋਲੋਂ, ਮਕਾਨ ਦਾ ਜੋ ਵੀ ਹੋ ਗਿਆ ਉਹ ਮੈਂ ਆਪਣੇ ਕੋਲੋਂ ਕਰਾਂਗਾ। सही। ਤੈਨੂੰ ਮਕਾਨ ਬਣਾ ਕੇ ਦੇਣਾ, ਤੇ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਵੀ ਦੇਣਾ, ਤੇ ਨਿਕਾਹ ਕਰ ਦੇਣਾ। ਆਪਣੀ ਵਾਲਦਾ ਵੀ ਤੇਰੀ ਇੱਥੇ ਰਵੇ ਕਰੇਗੀ, ਤੇਰਾ ਭਾਈ ਵੀ ਤੇ ਤੇਰੀ ਭੈਣ ਵੀ ਰਵੇ ਕਰੇ, ਕੋਈ ਮਸਲਾ ਨਹੀਂ, ਪਰੇਸ਼ਾਨੀ ਨਹੀਂ। सही। ਉਹਨੇ ਕਿਹਾ ਠੀਕ ਹੈ। ਮੈਨੂੰ ਕਿਹਾ ਸੀ ਹੋਇਆ ਕੋਈ 3-4 ਮਹੀਨੇ ਪਹਿਲੇ ਕਿ ਮਾਂ ਜੀ ਤੁਸੀਂ ਉਹਨਾਂ ਕੋਲ ਜਾ ਕੇ ਰਿਸ਼ਤਾ ਪੁੱਛੋ, ਕਹਿੰਦੇ ਨੇ ਕਿ ਰਿਸ਼ਤਾ ਤੁਹਾਨੂੰ ਦਿੰਦੇ ਆ। ਮੈਂ ਗਈ ਹਾਂ, ਜਾ ਕੇ ਰਿਸ਼ਤਾ ਪੁੱਛਿਆ, ਮੰਗਣੀ ਕੀਤੀ ਬਕਾਇਦਾ। सही है। ਮੰਗਣੀ ਕਰਕੇ ਆਈਆਂ, 2000 ਰੁਪਇਆ ਤਲੀ ਤੇ ਰੱਖ ਕੇ ਆਈਆਂ, ਮੰਗਣੀ ਕਰ ਆਈਆਂ ਤੇ ਮੰਗਣੀ ਕਰਕੇ ਆ ਗਈਆਂ। ਫਿਰ ਉਹ ਦਿਨ ਦੂਸਰੇ ਫਿਰ ਗਈਆਂ, ਫਿਰ ਦਿਨ ਰੱਖ ਕੇ ਆਈਆਂ, ਦਿਨ ਰੱਖ ਕੇ ਆਈਆਂ। ਸ਼ਾਦੀ ਦੀਆਂ ਤਿਆਰੀਆਂ ਹੁੰਦੀਆਂ ਪਈਆਂ ਘਰ। ਮੇਰਾ ਬੇਟਾ ਕਹਿੰਦਾ ਕਿ ਮਾਂ ਜੀ ਪੈਸੇ, ਮੈਂ ਕਿਹਾ ਪੈਸੇ ਬੇਟਾ ਲੈ ਕੇ ਆ, ਜਿਹੜੇ ਪੈਸੇ ਦਿੱਤੇ ਨੇ ਲੈ ਕੇ ਆ, ਤਾਂ ਕਿ ਸ਼ਾਦੀ ਦਾ ਖਰਚਾ ਹੋਣਾ, ਤੇਰੀ ਭੈਣ ਦੀ ਵੀ ਹੋਣੀ ਹੈ ਤੇ ਤੇਰੀ ਵੀ ਹੋਣੀ, ਪੈਸੇ ਲੈ ਕੇ ਆ। ਪੈਸੇ ਲੈਣ ਗਿਆ ਤੇ ਬਲਕਿ 2 ਦਫਾ ਮੈਂ ਆ ਵੀ ਗਈ ਹਾਂ। ਮੈਨੂੰ ਕਹਿੰਦਾ ਕਿ ਬਾਜੀ 1-2 ਦਿਨ ਠਹਿਰ ਜਾ, ਮੈਂ ਤੁਹਾਨੂੰ ਪੈਸੇ ਦੇ ਦੇਣਾ। ਫਿਰ ਅੱਗੋਂ ਸ਼ਾਦੀ ਨੇੜੇ ਆ ਗਈ, ਬੇਟਾ ਮੇਰਾ ਕਹਿੰਦਾ ਮਾਂ ਜੀ ਮੈਂ ਜਾਣਾ, ਮੈਂ ਪੈਸੇ ਲੈ ਕੇ ਆਉਣਾ। ਪੈਸੇ ਲੈਣ ਗਿਆ, ਉਹ ਅੱਜ ਕਹਿੰਦਾ ਅੱਜ ਦੇਣਾ, ਕੱਲ ਦੇਣਾ। ਵਿੱਚ ਬੇਟੇ ਦਾ ਫੋਨ ਵੀ ਆਇਆ ਸੀ ਕਿ ਮਾਂ ਜੀ ਕੱਲ ਨਹੀਂ ਤੇ ਮੈਂ ਪਰਸੋਂ ਆ ਜਾਵਾਂਗਾ। ਤਾਂ ਉਹ ਕਹਿੰਦੇ ਨੇ ਕਿ ਅੱਜ ਨਿਕਾਲ ਦਿੰਦੇ, ਅੱਜ ਨਿਕਾਲ ਦਿੰਦੇ। ਇੰਝ ਕਰਦਾ ਕਿ ਮਾਂ ਜੀ ਪਰੇਸ਼ਾਨ ਹੋ ਗਿਆ ਜੇ ਮੈਂ ਆ ਜਾ, ਸਰਕਾਰ ਤਿਆਰੀ ਕਰਦੀ ਪਈ। सही। ਉਹਨਾਂ ਤੇਜ਼ਾਬ ਪਿਆਇਆ, ਅੱਲਾ ਜਿਹੜਾ ਉਹਨਾਂ ਕੀ ਪਲੇਨ ਬਣਾਈ, ਨਾਲ ਬੇਟੀ ਵੀ ਮਿਲੀ ਹੋਈ, ਬੇਟਾ ਵੀ ਮਿਲਿਆ ਹੈ, ਉਹਨਾਂ ਤੇਜ਼ਾਬ ਪਿਆਇਆ। ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਤੇਜ਼ਾਬ ਪਿਆ ਕੇ ਉਹਨੂੰ ਬਾਹਰ ਸੁੱਟ ਦਿੱਤਾ ਇਹਨੇ ਗਲੀ ਦੇ ਵਿੱਚ। ਜਿਹੜੇ 1-2 ਵਾਲੇ ਨੇ ਕਿਤੇ ਲੰਘੇ ਨੇ ਤੇ ਉਠਾ ਕੇ ਲੈ ਗਏ ਨੇ ਆਪਣਾ ਹਸਪਤਾਲ, ਫੂਲ ਨਗਰ ਹਸਪਤਾਲ। ਉਹਨੇ ਜਵਾਬ ਦਿੱਤਾ, ਉਹਨਾਂ ਆ ਕੇ ਜਿਨਾਹ ਲੈ ਗਏ। ठीक है। ਜਿਨਾਹ ਲੈ ਕੇ ਗਏ ਨੇ ਤੇ ਮੈਨੂੰ ਫੋਨ ਆਇਆ, ਇਹ ਸਾਲਾ ਨਾਲ ਸੀ। ਉਹਨੇ ਫੋਨ ਆਇਆ ਸੀ ਮੇਰੇ ਭਾਈ ਦੇ ਨੰਬਰ ਤੇ ਕਿ ਅਕਰਮ ਦੀ ਤਬੀਅਤ ਖਰਾਬ ਹੈ ਤੇ ਤੁਸੀਂ ਜਿਨਾਹ ਹਸਪੀਟਲ ਪਹੁੰਚੋ। ਮੈਂ ਪਰੇਸ਼ਾਨ ਹੋ ਗਈ ਕਿ ਕੱਲ ਪਰਸੋਂ ਮੈਨੂੰ ਫੋਨ ਆਉਂਦਾ ਪਿਆ, ਕੀ ਹੋ ਸਕਦਾ। ਮੈਂ ਦੌੜੀ ਗਈ ਹਾਂ, ਜੁੱਤੀ ਵੀ ਮੇਰੇ ਪੈਰਾਂ 'ਚ ਨਹੀਂ ਸੀ ਹੈਗੀ, ਮੈਂ ਨੱਸੀ ਗਈ ਹਾਂ। ਜਾ ਕੇ ਮੈਂ ਵੇਖਿਆ ਤੇ ਜਿਹੜਾ ਨਾ ਐਮਰਜੈਂਸੀ ਵਾਰਡ ਦੇ ਵਿੱਚ ਉਹਨੇ ਰੱਖਿਆ ਸੀ। ਇਹਦਾ ਸਾਲਾ ਅੱਗੇ ਸੀ, ਵਿਕਾਸ ਨਾਮ ਜਿਹੜਾ ਹੁੰਦਾ ਸੀ ਉਹ। ਉਹਨੂੰ ਪੁੱਛਿਆ ਬੇਟਾ ਮੇਰੇ ਬੇਟੇ ਨੂੰ ਕੀ ਹੋਇਆ? ਕਹਿੰਦਾ ਮਾਂ ਜੀ ਇਹ ਮੋਟਰਸਾਈਕਲ ਤੋਂ ਡਿੱਗਿਆ, ਐਕਸੀਡੈਂਟ ਹੋਇਆ ਤੇ ਠੀਕ ਹੋ ਜਾਏਗਾ। ਮੈਂ ਭੱਜ ਕੇ ਆਪਣੇ ਬੇਟੇ ਲੈ ਗਈ। ਅੱਗੇ ਡਾਕਟਰ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਕਿ ਮਰੀਜ਼ ਸੀਰੀਅਸ ਹੈ ਤੇ ਅੱਗੇ ਨਹੀਂ ਤੁਸੀਂ ਜਾ ਸਕਦੇ। ਮੈਂ ਉੱਥੇ ਪਿੱਛੇ ਬਹਿ ਗਈ ਹਾਂ। ਮੈਂ ਪਿੱਛੇ ਗਈ, ਮੈਂ ਕਿਹਾ ਦੁਬਾਰਾ ਇਹਨੂੰ ਫਿਰ ਪੁੱਛਾਂ ਤੁਸੀਂ ਮੋਟਰਸਾਈਕਲ ਤੋਂ ਕਿਸ ਤਰ੍ਹਾਂ ਡਿੱਗਿਆ। ਉਸ ਟਾਈਮ ਤੇ ਵਿਕਾਸ ਚਲਾ ਗਿਆ, ਨਹੀਂ ਹੈਗਾ ਸੀ ਉੱਥੇ। विकास ये ठेकेदार का बेटा है। ਠੇਕੇਦਾਰ ਦਾ ਬੇਟਾ, ਇਹ ਮੇਰੇ ਬੇਟੇ ਦਾ ਉਹ ਸਾਲਾ ਹੋਣ ਵਾਲਾ ਸਾਲਾ ਸੀ। ठीक हो गया।
ਇਹ ਲੈ ਕੇ ਚਲੇ ਗਏ। ਮੈਂ ਥੋੜੀ ਦੇਰ ਬਾਅਦ ਉਹਨਾਂ ਨਾਲ ਡਾਕਟਰ ਨੇ ਬਾਹਰ ਕੇ ਡਾਕਟਰ ਸਾਹਿਬ ਨੂੰ ਪੁੱਛਿਆ, ਡਾਕਟਰ ਸਾਹਿਬ ਜੀ ਮੇਰੇ ਬੇਟੇ ਨੂੰ ਕੀ ਹੋਇਆ? ਉਹ ਮੇਰਾ ਬੇਟਾ ਬੇਹੋਸ਼ ਸੀ। ਡਾਕਟਰ ਸਾਹਿਬ ਨੇ ਕਿਹਾ ਕਿ ਇਹਨੇ ਨਾ ਕੋਈ ਜ਼ਹਿਰੀਲੀ ਚੀਜ਼ ਖਾਧੀ ਹੈ, ਕਿ ਜ਼ਹਿਰ ਖਾਧੀ, ਚੁੱਕੀ ਕੋਈ ਜ਼ਹਿਰੀਲੀ ਚੀਜ਼ ਖਾਧੀ, ਲੇਕਿਨ ਰਿਪੋਰਟਾਂ ਆਉਂਦੀਆਂ ਨੇ ਤੁਹਾਨੂੰ ਅਸੀਂ ਫਾਈਨਲ ਦੱਸਣੇ। ਸਹੀ। ਰਿਪੋਰਟ ਆਈ ਹੈ, ਡਾਕਟਰ ਸਾਹਿਬ ਨੇ ਕਿਹਾ ਜੀ ਇਹਨੂੰ ਤੇਜ਼ਾਬ ਪਿਆਇਆ ਸੀ। ਫਿਰ ਬੇਟੇ ਨੂੰ ਥੋੜੀ ਦੇਰ ਬਾਅਦ ਰਾਤ ਰੱਖੀ ਹੋਸ਼ ਆਈ ਹੈ। ਮੇਰਾ ਬੇਟਾ ਤਰਲੇ ਲੈਂਦਾ ਸੀ, ਮਾਂ ਜੀ ਮੈਨੂੰ ਬਚਾ, ਮਾਂ ਜੀ ਮੈਨੂੰ ਬਚਾ। ਇੱਕ ਉਹ ਬੇਟਾ ਜਿਹਨੂੰ ਕੰਡਾ ਲੱਗਦਾ ਸੀ, ਮਾਂ ਬਰਦਾਸ਼ਤ ਨਹੀਂ ਸੀ ਕਰਦੀ, ਸਾਰੀ ਰਾਤ ਬੈਠੀ ਰਹੀ। ਇੱਕ ਉਹ ਮੇਰਾ ਬੇਟਾ ਸੀ ਜਿਹਨੂੰ ਮੈਂ ਤੜਫਦਿਆਂ ਵੀ ਵੇਖਿਆ, ਜਾਨ ਨਿਕਲਦੀ ਵੀ ਬੇਟੇ ਦੀ ਵੇਖੀ। ਜਾਂਦੇ ਵੀਡੀਓ ਬਿਆਨ ਦੇ ਗਿਆ, ਮਾਂ ਜੀ ਮੈਨੂੰ ਨਾ ਤੇਜ਼ਾਬ ਪਿਆ, ਠੇਕੇਦਾਰ ਨੇ ਵਿਕਾਸ ਨੇ ਉਹਨੇ ਇੱਕ ਜਿਹੜੇ ਮੇਰੇ ਬਾਜ਼ੂ ਫੜੇ ਨੇ ਪਾਣੀ ਦੇ ਵਿੱਚ ਮਿਲਾ ਕੇ ਉਹਨੇ ਮੈਨੂੰ ਪਿਆ ਕੇ ਮੈਨੂੰ ਬਾਹਰ ਸੁੱਟ ਦਿੱਤਾ। ਵੀਡੀਓ ਬਿਆਨ ਦੇ ਕੇ ਮੇਰਾ ਬੇਟਾ ਮਰੂ। ਮਾਂ ਜੀ ਘਰ ਦਾ ਵਾਹਦ ਕਫੀਲ ਉਹੀ ਸੀ ਕਮਾਉਣ ਵਾਲਾ ਜੀ, ਮੇਰਾ ਬੇਟਾ ਵੱਡਾ ਉਹ ਸੀ, ਮੈਂ ਆਪ ਘਰਾਂ 'ਚ ਕੰਮ ਕਰਦੀ ਸੀ, ਕੋਠੀਆਂ ਦਾ ਕੰਮ ਕਰਦੀ ਸੀ, ਕੁਛ ਉਹ ਖਰਚਾ ਦਿੰਦਾ ਸੀ, ਕੁਛ ਮੈਂ ਆਪ ਕਰਦੀ ਸੀ। ਤੇ ਆਪ ਬਲੱਡ ਪ੍ਰੈਸ਼ਰ ਦੀ ਮਰੀਜ਼ ਆ, ਦਵਾਈਆਂ ਖਾਂਦੀ ਆ ਤੇ ਠੀਕ ਰਹਿੰਦੇ ਨੇ, ਤੇ ਬਲੱਡ ਪ੍ਰੈਸ਼ਰ ਤੇਜ਼ ਹੋ ਜਾਂਦਾ। ਮੈਂ ਆਪ ਪਰੇਸ਼ਾਨ ਆਵਾ ਜਾ ਰਿਹਾ ਟੈਨਸ਼ਨ ਦੇ ਵਿੱਚ, ਇਹ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨੇ ਖਾਂਦੀ ਰਹਾਂ। ਤੁਹਾਡੀ ਤਬੀਅਤ ਉਦੋਂ ਖਰਾਬ ਹੋਈ ਜਦੋਂ ਜਦੋਂ ਬਦਲੇ ਮੇਰਾ ਦੀ ਬੇਟਾ ਫੌਤ ਹੋਇਆ, ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਮੇਰੀ ਤਬੀਅਤ ਖਰਾਬ ਹੈ। ਮੈਂ ਮੰਜੀ ਤੇ ਪਈ ਰਹਿੰਦੀ, ਦਵਾਈਆਂ ਖਾ ਲਵਾਂ ਠੀਕ ਰਹਿੰਦੀ, ਨਾ ਖਾਵਾਂ ਸਾਰਾ ਦਿਨ ਪਈ ਰਹਿੰਦੀ। ਤੱਕ ਮੇਰਾ ਸਰਬਰਾਹ ਕਰਦਾ ਉਹੀ ਸੀ, ਨਾਲੇ ਬੜਾ ਬੇਟਾ ਸੀ। ਜਦੋਂ ਬੇਟਾ ਜਿੰਦਾ ਸੀ ਉਦੋਂ ਤੁਹਾਡੀ ਤਬੀਅਤ ਠੀਕ ਸੀ? ਹਾਂਜੀ ਮੈਂ ਠੀਕ ਸਾਂ, ਮੈਂ ਕੰਮ ਕਰਦੀ ਸਾਂ, ਮੈਂ ਠੀਕ ਸਾਂ, ਮੈਨੂੰ ਕੋਈ ਮਸਲਾ ਨਹੀਂ ਸੀ, ਕੋਈ ਪਰੇਸ਼ਾਨੀ ਨਹੀਂ ਸੀ, ਮੈਂ ਠੀਕ ਸੀ। ਅੱਛਾ ਮੈਨੂੰ ਦੱਸੋ, ਤੁਸੀਂ ਦੱਸ ਰਹੇ ਹੋ ਕਿ ਠੇਕੇਦਾਰ ਨੇ ਕਿਹਾ ਸੀ ਕਿ 5 ਲੱਖ ਰੁਪਏ ਲਿਆ ਕੇ ਮਕਾਨ ਬਣਾ ਕੇ ਦੇਣਾ, ਤੂੰ ਆਪਣਾ ਇੱਥੇ ਰਹਿ ਲਈ, ਠੀਕ ਹੈ ਨਾ? ਤੇ ਫਿਰ ਸ਼ਾਦੀ ਤੁਸੀਂ ਦਿਨ ਕਿਦੋਂ ਮਕਾਨ ਤਾਂ ਇਹ ਬਣਿਆ ਨਹੀਂ ਸੀ? ਮਕਾਨ ਨਹੀਂ ਸੀ ਨਾ ਬਣਿਆ ਸੀ, ਕਹਿੰਦਾ ਸੀ ਮੈਂ ਮਕਾਨ ਪਲਾਟ ਲਿਆ ਉਹਦੇ ਤੇ ਸਟੇ ਲੱਗਿਆ, ਸਟੇ ਜਦੋਂ ਜਿਵੇਂ ਹਟੇਗਾ ਮੈਂ ਉਵੇਂ ਤੁਹਾਨੂੰ ਪੈਸੇ ਦੇ ਦੇਵਾਂ। ਲੇਕਿਨ ਬੇਟਾ ਮੇਰਾ ਕਹਿੰਦਾ ਸੀ ਕਿ ਮੈਨੂੰ ਪੈਸੇ ਦੇ। ਮੈਂ ਉਹਨੂੰ ਕਿਹਾ ਸੀ ਮੇਰੇ ਕੋਲ ਨਹੀਂ ਮਿਸਾਲ ਲੈ ਕੇ ਪੈਸੇ ਲੈ ਕੇ ਆਪਾਂ ਤੇਰੀ ਸ਼ਾਦੀ ਕਰਦੀ ਹੈ। ਅਸੀਂ ਆਖਿਆ ਸੀ ਸਾਨੂੰ ਪੈਸੇ ਦੇ ਦੇ, ਅਸੀਂ ਪਲਾਟ ਨਹੀਂ ਲੈਂਦੇ ਕਿਰਾਏ ਤੇ, ਅਸੀਂ ਬੈਠੇ ਰਹਾਂ, ਸਾਨੂੰ ਤੂੰ ਪੈਸੇ ਦੇ ਦੇ। ਸਿਰਫ ਪੈਸੇ 5 ਲੱਖ ਰੁਪਈਆ ਪਹੁੰਚਾਉਣ ਦੀ ਖਾਤਰ 6 ਸਾਲ ਮੇਰੇ ਬੇਟੇ ਦੀ ਕਮਾਈ ਖਾਂਦਾ ਰਿਹਾ। ਉਹ ਸਿਰਫ ਸਾਰਾ ਕੁਝ ਪਹੁੰਚਾਉਣ ਦੀ ਖਾਤਰ ਮੇਰੇ ਬੇਟੇ ਨੂੰ ਜ਼ਹਿਰ ਦੇ ਦਿੱਤੀ ਕਿ ਨਾ ਇਹ ਹੋਏਗਾ ਨਾ ਮੰਗੇਗਾ, ਯਤੀਮ ਬੱਚਾ, ਇਹਨਾਂ ਦੇ ਪਿੱਛੇ ਕਵਾਉਣ ਵਾਲਾ ਕੋਈ ਨਹੀਂ, ਇਹਦਾ ਵਾਲਦ ਨਹੀਂ ਹੈਗਾ, ਭਾਈ ਇਹਦਾ ਹੁਣ ਛੋਟਾ, ਮਾਂ ਦੀ ਕੁਛ ਕਰਨ ਜੋਗੀ ਕੋਈ ਨਹੀਂ ਹੈਗੀ। ਚਲੋ ਇਹ 5 ਲੱਖ ਰੁਪਈਆ ਵੀ ਅਸੀਂ ਖਾ ਲਵਾਂਗੇ, ਜਿਹੜੀ 5-6 ਸਾਲ ਕਮਾਈ ਉਹ ਵੀ ਅਸੀਂ ਖਾ ਲਵਾਂ, ਸਾਨੂੰ ਕਿਹਨੇ ਪੁੱਛਣਾ। ਅੱਛਾ ਇਸ ਤਰ੍ਹਾਂ ਤਾਂ ਨਹੀਂ ਕਿਧਰੇ ਕਿ ਉਹਦੀ ਬੇਟੀ ਜਿਹੜੀ ਹੈ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਠੇਕੇਦਾਰ ਨੇ, ਉਹ ਰਾਜ਼ੀ ਨਾ ਹੋਵੇ ਜਾਂ ਕੋਈ ਮਾਮਲਾ ਹੋਵੇ? ਨਹੀਂ ਜੀ, ਬੇਟੀ ਰਾਜ਼ੀ ਸੀ, ਬਿਲਕੁਲ ਰਾਜ਼ੀ ਸੀ। ਤਸਵੀਰਾਂ ਬੜੀਆਂ ਹੀ ਉਹਨਾਂ ਦੀਆਂ, ਦੋਵਾਂ ਦੀਆਂ ਤਸਵੀਰਾਂ ਨੇ ਸਾਡੇ ਕੋਲ, ਰਾਜ਼ੀ ਸੀ। ਉਹਦੀ ਬੇਟੀ ਵੀ ਰਾਜ਼ੀ ਸੀ, ਉਹਦੀ ਮਾਂ ਵੀ, ਸਭ ਘਰ ਦੇ ਰਾਜ਼ੀ ਸਨ। ਅੱਲਾ ਜੀ ਨੇ ਇਹਨਾਂ ਕੋਲ ਪਲੇਨ ਬਣਾਇਆ ਜਾਂ ਉਹਨਾਂ ਸਾਡੇ ਨਾਲ ਕੋਈ ਧੋਖਾ ਕੀਤਾ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ, ਲੇਕਿਨ ਖੁਸ਼ ਸਨ। ਕਿੰਨੇ ਦਿਨ ਰਹਿ ਗਏ ਸਨ ਸ਼ਾਦੀ ਦੇ ਵਿੱਚ? ਸ਼ਾਦੀ ਦੇ 1 ਮਹੀਨਾ, ਰੋਜ਼ਿਆਂ ਤੋਂ ਪਹਿਲੇ 1 ਮਹੀਨਾ ਪਹਿਲੇ ਸ਼ਾਦੀ ਕਰਨੀ ਸੀ। ਰੋਜ਼ਿਆਂ ਤੋਂ 1 ਮਹੀਨਾ ਪਹਿਲੇ ਸ਼ਾਦੀ ਕਰਨੀ ਸੀ? ਜਦੋਂ ਬਹੁਤ ਹੁੰਦਾ ਉਦੋਂ ਸ਼ਾਦੀ ਸੀ, ਉਸ ਤੋਂ 1-2 ਦਿਨ ਪਹਿਲੇ ਸ਼ਾਦੀ ਹੋਈ ਸੀ। 1-2 ਦਿਨ ਪਹਿਲੇ ਸ਼ਾਦੀ ਸੀ? ਜੀ ਉਹ 1-2 ਦਿਨ ਪਹਿਲੇ ਸ਼ਾਦੀ ਸੀ। ਘਰ ਤਿਆਰੀਆਂ ਹੁੰਦੀਆਂ ਪਈਆਂ ਸੋਨੀਆ ਦੇ ਬੇਟੇ ਦੀ, ਜਿਹੜੇ ਦਿਨ ਬਰਾਤ ਚੜਨੀ ਸੀ ਉਸ ਦਿਨ ਬੇਟੇ ਦੀ ਲਾਸ਼ ਪਾ ਗਈ। नाज़रीन आप आइडिया करें कि ये मुआशरा कितना सफाक हो चुका है, या पैसे के लालच ने हमें कितना अंधा कर दिया है कि सिर्फ 5 लाख की खातिर बेटी के साथ शादी का झांसा दिया गया, और एक होनहार बच्चे को जो काम करता था, पैसे कमाता था, उसको अपनी तरफ कर लिया गया, माँ बाप से दूर कर दिया गया, और सिर्फ 5 लाख खाने के लिए मैं क्या कहूँ कि उस बच्चे की जान ले ली गई है। ये माँ है बेचारी, जैसे बता रही है कि मैं घरों में काम करती हूँ, ठीक है, तो घरों में काम करके आप समझ सकते हैं कि 200-300 रुपया डेली का कमाया जाता है, इससे ज्यादा नहीं कमाया जा सकता। और ये वो बच्ची है, 16 साल इसकी अभी उम्र है, ये छोटी बहन है उसकी, ये घर में कपड़े सिलाई करके इसने पैसे जमा किए थे और कुछ वो कमाता था, जिससे दोनों मिलकर जिन्होंने कमेटी डाली थी, इसे आस के ऊपर, इस उम्मीद के ऊपर कि कमेटी निकलेगी तो चलो मेरी भी शादी हो जाएगी, तो बहन की शादी भी हो जाएगी, इसका जहेज का इंतजाम हो जाएगा। और जिस दिन शादी होनी थी 2 दिन पहले उस बच्चे को तेजाब पिला के उसकी जान ले ली गई है। बच्ची से भी बात करते हैं। अस्सलाम वालेकुम बेटा, कितने पैसे आप कमाती थी डेली और कौन सा काम करती थी? मैं सिलाई का काम करती थी। एक दिन 100 रुपये लगता था और उसमें भी 250 रुपये।
₹250 एक सूट का। जी, एक सूट का 250 रुपये मिलता है। और कब से काम कर रही हैं आप? मैं काफी सालों से काम कर रही काफी सालों से। हूँ। जी ठीक हो गया। तो वो पैसे जमा कर रही थी आप अपनी शादी के लिए, अपने घर के लिए? जी, मैंने और भाई ने मिलकर कमेटी डाली थी। आप समझ सकते हैं कि जिस माँ का जवान बेटा इस दुनिया से चला जाए, और वो बेटा जो इस फैमिली का अकेला वारिस था, अकेला सहारा था, तो उनका उस वक्त क्या हाल हो सकता है। जब से इनके बेटे की डेथ हुई है तब से ये बेचारी ब्लड प्रेशर की मरीज हो चुकी है, ठीक है, और दिन रात दवाइयाँ खाती है, हालत भी खराब हो गई है, बीमार रहती है। और इससे भी बड़ा जुल्म ये है कि पुलिस वालों ने इनकी कोई दाद रसी नहीं की है। अभी तक ना वो मुलजिम गिरफ्तार हुए और ना ही उनको सजा हो सकी है। 1 महीने का अरसा जो है वो गुजर चुका है। तो इनके अंकल मेरे साथ मौजूद हैं, उनसे भी बात करते हैं और अगली डिटेल उनसे जानते हैं। अस्सलाम वालेकुम। वालेकुम सलाम। अच्छा सर, मुझे बताइएगा कि केस की सूरत हाल क्या है, पुलिस वाले क्या कहते हैं? सर, इस तरह के केस की सूरत हाल तो पहले दिन से पुलिस ने हमारे साथ कोई तावन नहीं किया। हम डेड बॉडी लेके गए हैं उधर, और थाने में, थाना पोल नगर सिटी में, ठीक है जी। उधर हम लेके गए हैं, 10 बजे रात को पहुंचे हैं। तो हमने कहा ये हमारे पास वीडियो रिकॉर्ड मौजूद है, आप देख सकते हैं, ठीक है जी। बच्चे की वीडियो रिकॉर्डिंग, तहरीरी बयान उसका मौजूद है, जिना हॉस्पिटल के वो मतलब है कि उसका डेथ सर्टिफिकेट मौजूद है कि ये तेजाब से मरा है। तो आप बराए मेहरबानी इन पर FIR करें, ये हमारे मुलजम है। ठीक है। तो उन्होंने आगे से कहा अच्छा आप पता नहीं किधर से उठा के ले और टाल मटोल करते रहे। आखिरकार सर 2 बज गए रात के, उन्होंने FIR नहीं काटी। फिर ASI उधर आया और उसने कहा, अब्दुल खालिक साहब ASI हैं, उन्होंने कहा जी आप इस तरह करें कि 3 टीमें आती हैं 5-5 हजार की, वो 3 टीमें 5-5 हजार रुपया लेती हैं, तो आप 5-5 हजार रुपया टीमों का दे सकते हैं। तो फिर हम FIR करते हैं। और दूसरी बात ये है कि एक लटायर है, 3 टीमें आती हैं, 5-5 जाएंगे, 15,000 रुपए देंगे तो फिर FIR होगी। 15,000 रुपया देंगे। और उसके बाद एक SHO रिटायर है, वो मतलब केस लिखने का, पूरा केस आपका जो केस लिखने का, वो 5,000 रुपया लेगा। वो रिटायर, मैं उसको बुलाऊंगा रात को, वो बैठेगा लिखेगा और 5,000 रुपया वो लेगा। आप दे सकते हो तो हम काम शुरू करें, काम आगे बढ़ाएं। तो मैंने फिर और भी उधर मौजूद थे हमारे रिश्तेदार, उनसे मशवरा किया। हम परेशान थे, हमने कहा बच्चा हमारा कत्ल हो गया, हमने कहा जी आप करें। तो उन्होंने FIR कर दी। फिर हमने FIR होगी, FIR करवा दी आपने। पैसे कितने दिए? 20,000 रुपया। 20,000 रुपए देके आपने सिर्फ FIR करवाई है? FIR करवाई। ठीक है। और उसके बाद सर हम डेड बॉडी के पोस्टमार्टम के लिए ले गए, फिर उसको दफनाने के लिए ले गए। दफना के जब वापस थाने में आए हैं तो मुलजम मौजूद थे, हमने मुलजमों को खुद पकड़वाया जाके उसी रात, मुलजमों को खुद गिरफ्तारी करवाई है, मुलजम साथ गए, मुलजमों को गिरफ्तार करवा के लाए हैं। सही है। तो फिर हम बच्चों को दफना के जब आए हैं तो देखा मुलजम थे। फिर हम रोजमर्रा के रूटीन पे थाने जा रहे थे, तो कभी SHO नहीं मिलता था, कभी वो सकलैन शाह SHO है वो भी नहीं मिलता था। एक दफा मिला, उसने कहा आपको इंसाफ मिलेगा, बेफिक्र हो जाए। हमने कहा चलें ठीक है। फिर हम ASI तफ्तीशी जो है उसके पास जाते थे, तो वो भी कहता था जी अच्छा ठीक है, अब्दुल खालिक साहब के पास, हाँ ठीक है। हम ये वो, हमने कहा यार आप गिरफ्तारी डालें, कानूनी कार्रवाई करें इन पर। अच्छा जी आज करते हैं, कल करते हैं। आखिरकार 10 दिन गुजर गए। 10 दिन के बाद हम जाते हैं, देखते हैं तो वो मुलजम लाकब में नहीं, कोई इंसाफ नहीं मिला। आप क्या समझते हैं, पुलिस ने पैसे लेकर मुलजमान छोड़ दिए होंगे? जी बिल्कुल। उसी दिन फिर मैं आया हूँ, वो वकील साहब मेरे साथ ही थे, उनको मैं मौका दिखा रहा था कि इस गली पे इधर वो अकरम को फेंका गया। तो उनके महल्ले वाले लोग हमारे पास आए हैं कि उन्होंने बकायदा ये उनकी तरफ से एक धमकी भी समझ लें कि उन्होंने, महल्ले वालों ने आके कहा कि यार वो उनको आपने क्या कर लिया, वो तो 10 लाख रुपया लेके, हमने सुनने में आया SHO को 10 लाख रुपया दे के वो तो छूट गए। तो हमने कहा कोई बात नहीं। और उन्होंने मुझे भी कहा कि यार आप पीछे ना आया करें, ये बड़े खतरनाक लोग हैं, कहीं आपको ना मार दें। जी उनकी तरफ से धमकी होगी मुझे। तो मैंने कहा कोई बात नहीं जी, अल्लाह मालिक है, हम पीछे आएंगे, हम अपने बच्चे की केस की पैरवी करेंगे। तो फिर सर हम आए, और उससे पहले हम इसी केस के सिलसिले में हम IG पंजाब के आगे गए, उनके दफ्तर के बाहर गए। ये औरत गई है और 2 दिन उधर जलील होती रही, और दूसरे दिन IG ऑफिस में एक वो मुलाजिम मिला, उन्होंने ये चिट दी है, ये आप देख सकते हैं कि DPO कसूर के पास चले जाएं। DPO कसूर के पास गए तो वो मीटिंग में गए हुए थे, उधर मिले नहीं है। हम वापस आ गए, हम गरीब लोग हैं, पता नहीं कैसे किराया लगा के गए थे। हम फिर वापस आ गए। वापस आने के बाद फिर हमने एक वज़ीर आला पंजाब मरियम नवाज साहबा को, ये देख लें, ये हमने एक उनके दफ्तर पे गए तो किसी ने जाने नहीं दिया। फिर हमने एक दरखास्त लिखी है, ये आप देख सकते हैं। तो ये दरखास्त लिख के हमने सरकारी रजिस्ट्री करवाई है, तो इसका भी कोई जवाब नहीं आया हमें। तो बराए मेहरबानी आपके चैनल के हवाले से मैं ये कहूंगा कि हमारे साथ भी इंसाफ किया जाए,
हमारे पास मुकम्मल प्रूफ मौजूद है अपने बच्चे के कत्ल होने के, और उसके बावजूद हमें कोई मतलब ऐसा बंदा नहीं मिल रहा, कोई ऐसा बंदा नहीं जो हमें इंसाफ दे सके। ठीक है, और मतलब है कि पुलिस वाले उनको FIR, नामिनेट FIR है मेरे पास है, ये मौजूद है, आप देख सकते हैं 302 की नामिनेट FIR है, नामिनेट FIR है 302 की, और मुलजिम बाहर फिर रहे हैं। तो सर उसको SHO ने उधर से छोड़ दिया है, ये कैसा कानून है जी? जी नाज़रीन, केस की तमाम डिटेल आपके सामने आ चुकी है। मैं IG पंजाब साहब से और वज़ीर आला पंजाब मरियम नवाज साहिबा से भी गुजारिश करूंगा कि एक दुखी बेसहारा गरीब औरत, गरीब माँ है जिसने अपना जवान बेटा खो दिया है, और वो बेटा जो इस फैमिली का वाहिद कफील था, वाहिद सहारा था, और इस वक्त इस फैमिली की हालत ज़ाहिर आपके सामने है। ये माँ घरों में काम करके 200-300 रुपये कमाती थी। जब से ये इनका बेटे की डेथ हुई है तब से इनका काम भी चला गया, खुद बेचारी बीमार है, और आप समझ सकते हैं कि इस फैमिली का गुजारा किस तरह से हो सकता है या किस तरह से हो रहा होगा। एक छोटी बच्ची है बेचारी 16 साल की, जिसकी शादी करनी थी, उसके जहेज के लिए ये सारा जो है ना वो सालों की मेहनत से 1-1 रुपया जमा करके जो है ना वो कमेटी डाली गई थी, जो कमेटी हड़प करने के चक्करों में उस बेटे की जान चली गई है। मुखैर हज़रात जितने भी देखे उन सबसे भी मैं गुजारिश करूंगा कि जितना ज्यादा हो सके आपने इस फैमिली की हेल्प करनी है, इस बच्ची की शादी के लिए जहेज का इंतजाम करना है, और इस फैमिली के लिए कोई राशन, को महीने का खर्चा, कुछ भी अगर आप लगा सके तो लाजमी लगाइएगा। और IG पंजाब साहब से दोबारा से गुजारिश करूंगा, इस फैमिली की आवाज सुने, इसका सहारा बने, इस माँ को इंसाफ दीजिए। इजाजत दीजिए, अल्लाह ने के बाद।